हाँ जी, सत श्री अकाल प्यारे विद्यार्थियों, प्यारे बच्चों। अज असी जमात 8वीं का पाठ नंबर 8 बाबा फरीद जी जो कि ਸਾਹਿਤ रूप जीवनी है, इन्हां दे लेखक ਹਨ प्रोफैसर प्यारा सिंह पदम जी। सो प्यारे बच्चों, जिहड़ी तुसीं ये तस्वीर वेख रहे हो, ये है बाबा फरीद जी की। ਅੱਗੇ दूसरी तस्वीर ਦੇ ਵਿੱਚ ਤੁਸੀਂ ਇਹਨਾਂ ਨੂੰ ਇੱਕ बड़े ही मतलब कि बड़ा बचित्र जिहा चित्र ਹੁੰਦਾ बेटा ਇਹ, ਜਿਹਦੇ ਵਿੱਚ ਕਾਂ ਨੇ ਜਿਹੜੇ ਇਹਨਾਂ ਦੇ ਸਰੀਰ ਤੇ ਠੁੰਗਾ ਮਾਰਦੇ ਨੇ। ਸੋ ਇਹਦੇ ਵਿੱਚ ਮਤਲਬ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਫੋਟੋ ਦੇ ਵਿੱਚ ਕਿ ਜਿਹੜਾ ਮਨੁੱਖੀ ਸਰੀਰ ਆ, ਜਿਹੜਾ ਮਾਸ ਹੱਡੀਆਂ ਨੇ, ਉਹ ਇੱਥੇ ਹੀ ਅਸੀਂ ਨੇ ਛੱਡ ਜਾਣੀਆਂ ਨੇ। ਕੋਈ ਵੀ ਚੀਜ਼ ਨਾਲ ਨਹੀਂ ਜਾਣੀ ਤੇ ਨਾਲ ਜਾਣੀਆਂ ਤੁਹਾਡੀ ਕੀਤੀ ਹੋਈ ਕਮਾਈ, ਰੱਬ ਦਾ ਜਪਿਆ ਹੋਇਆ ਨਾਂ। ਸੋ ਬਾਬਾ ਫਰੀਦ ਜੀ ਆਖਰ ਦੇ ਵਿੱਚ ਇਹ ਕਾਮਾਂ ਨੂੰ, ਜੀਵਾਂ ਨੂੰ ਕਹਿੰਦੇ ਨੇ ਕਿ ਇੱਕ ਵਾਰ ਮੈਨੂੰ ਉਸ ਪ੍ਰਮਾਤਮਾ ਦੇ ਦਰਸ਼ਨ ਕਰ ਲੈਣ ਦਿਓ, ਫਿਰ ਇਹ ਮੇਰੇ ਸਰੀਰ ਨੂੰ ਬੇਸ਼ੱਕ ਤੁਸੀਂ ਨੋਚ ਨੋਚ ਕੇ ਖਾ ਜਾਇਓ। ਇਹ ਜਿਹੜੀ ਫੋਟੋ ਆ ਬੇਟਾ, ਉਹਦੇ ਵਿੱਚ ਇਹ ਦੱਸਿਆ ਕਿ ਇਹਨਾਂ ਨੂੰ ਇਹ ਸਰੀਰ ਨਾਲ ਕੋਈ ਪਿਆਰ ਨਹੀਂ, ਪਿਆਰ ਹੈ ਤਾਂ ਉਸ ਪ੍ਰਮਾਤਮਾ ਨਾਲ, ਲਿਵ ਹੈ ਤਾਂ ਉਸ ਪ੍ਰਮਾਤਮਾ ਨਾਲ ਜੁੜੀ ਹੋਈ ਹੈ। ਸੋ ਜਿਹੜੇ ਬਾਬਾ ਫਰੀਦ ਜੀ ਨੇ ਬੇਟਾ, ਉਹ ਬੜੇ ਸਬਰ ਸੰਤੋਖ ਵਾਲਾ ਜਿਹੜਾ ਜੀਵਨ ਸੀਗਾ ਉਹ ਬਿਤਾਉਣ ਵਾਲੇ ਇਨਸਾਨ ਸੀ। ਬਾਬਾ ਜੀ ਦਾ ਜਿਹੜਾ ਜਨਮ ਆ 1173 ਈਸਵੀ ਦੇ ਵਿੱਚ ਜਿਹੜਾ ਇਹਨਾਂ ਦਾ ਜਨਮ ਹੁੰਦਾ ਹੈ। ਅਤੇ ਇਹ ਜਿਹੜਾ ਕੋਠੀਵਾਲ ਪਿੰਡ ਆ ਬੇਟਾ, ਇਹਦੇ ਵਿੱਚ ਇਹਨਾਂ ਦੇ ਪਿਤਾ ਸ਼ੇਖ ਜਮਾਲਦੀਨ ਦੇ ਘਰ ਹੁੰਦਾ। ਇਹਨਾਂ ਦੇ ਮਾਤਾ ਜੀ ਦਾ ਨਾਮ ਕੁਰਸਮ ਸੀ, ਕਰਸਮ, ਕੱਕਾ ਰਾਰਾ ਸੱਸੇ ਨੂੰ ਔਂਕੜੇ ਮੰਮਾ, ਕਰਸਮ। ਸੋ ਜਿਹੜਾ ਇਹਨਾਂ ਦਾ ਜੀਵਨ ਸੀ ਬੇਟਾ, ਇਹ ਬੜੇ ਮਤਲਬ ਸਾਦਗੀ ਵਾਲਾ ਜੀਵਨ ਜੀਂਦੇ ਸੀ। ਇਹ ਗੁਜ਼ਾਰਾ ਬੜਾ ਮੁਸ਼ਕਿਲ ਨਾਲ ਚੱਲਦਾ ਸੀ। ਇਹਨਾਂ ਕੋਲੇ ਕੱਚਾ ਕੋਠਾ, ਜਵਾਰ ਦੀ ਰੋਟੀ ਅਤੇ ਉਬਲੇ ਹੋਏ ਛੋਲੇ ਅਤੇ ਇੱਕ ਸਧਾਰਨ ਜਿਹੀ ਕੰਬਲੀ ਇਹਨਾਂ ਦਾ ਲਿਬਾਸ ਹੁੰਦਾ ਸੀ। ਜੇ ਇਹਨਾਂ ਦੀ ਫਿਲਾਸਫੀ ਦੀ ਗੱਲ ਕਰੀਏ, ਇੱਕ ਵਾਰ ਇੱਕ ਸੱਜਣ ਇਹਨਾਂ ਕੋਲੇ ਆਏ ਕਿ ਇਹ ਦੇਖੋ ਬਾਬਾ ਜੀ, ਕੈਂਚੀ ਬੜੀ ਤੇਜ਼ ਧਾਰ ਹੈ, ਬੜਾ ਵਧੀਆ ਕੱਟਦੀ ਹੈ, ਮਤਲਬ ਤਾਰੀਫ ਕਰ ਰਹੇ ਸੀ ਕੈਂਚੀ ਦੀ। ਉਹ ਕਹਿੰਦੇ, ਭਾਈ ਸੱਜਣ ਮਿੱਤਰ, ਅਸੀਂ ਤਾਂ ਜੋੜਨ ਦਾ ਕੰਮ ਕਰਦੇ ਹਾਂ, ਸਾਨੂੰ ਪ੍ਰੇਮ ਦੀ ਸੂਈ, ਇੱਕ ਸੂਈ ਵਿੱਚ ਪ੍ਰੇਮ ਦਾ ਧਾਗਾ ਪਾ ਕੇ ਲਿਆ ਕੇ ਦੇ, ਜੋ ਪਾਟਿਆਂ ਨੂੰ ਸੀਵੇ, ਟੁੱਟੇ ਹੋਇਆਂ ਨੂੰ ਜੋੜੇ। ਇਹ ਕੈਂਚੀ ਭਾਈ ਸਾਡੇ ਕੰਮ ਦੀ ਨਹੀਂ, ਕੈਂਚੀ ਤਾਂ ਕੱਟਣ ਦਾ ਕੰਮ ਕਰਦੀ ਆ, ਅਲੱਗ ਕਰਨ ਦਾ। ਬਟ ਅਸੀਂ ਫਕੀਰ ਲੋਕਾਂ ਨੇ ਕੱਟਣ ਦਾ ਕੰਮ ਨਹੀਂ ਕਰਨਾ, ਸਾਨੂੰ ਤਾਂ ਸੂਈ ਧਾਗਾ ਲਿਆ ਕੇ ਦੇ। ਅਤੇ ਦੂਸਰੀ ਬੇਟਾ ਇੱਕ ਅਸੀਂ ਕਹਿੰਦੇ ਹਾਂ ਮੁਲਾਕਾਤ ਅਤੇ ਕਰਾਮਾਤ। ਅਤੇ ਜਿਹੜੇ ਬਾਬਾ ਫਰੀਦ ਜੀ ਸੀਗੇ, ਇਹ ਮੁਲਾਕਾਤ ਨੂੰ ਵੱਡੀ ਸਮਝਦੇ ਸੀ। ਅਤੇ ਇਹਨਾਂ ਦੇ ਨਾਲ ਇੱਕ ਹੋਰ ਫਕੀਰ ਜਿਹੜੇ ਸਾਧੂ ਇਹਨਾਂ ਦੇ ਵਿੱਚ ਤੁਸੀਂ ਚੈਪਟਰ ਦੇ ਪੜ੍ਹੋਗੇ, ਉਹ ਕਹਿੰਦੇ ਸੀ ਨਹੀਂ ਜੀ, ਮੁਲਾਕਾਤ ਨਾਲੋਂ ਕਰਾਮਾਤ ਵੱਡੀ ਹੁੰਦੀ ਆ। ਅਤੇ ਇੱਕ ਦਿਨ ਗੁਰੂ ਜੀ, ਇਹ ਬਾਬਾ ਜੀ, ਬਾਬਾ ਫਰੀਦ ਜੀ ਇੱਕ ਜੰਗਲ ਦੇ ਵਿੱਚ ਜਾਂਦੇ ਨੇ ਅਤੇ ਉੱਥੇ ਕੀ ਅਚਾਨਕ ਬੜਾ ਤੇਜ਼ ਤੂਫਾਨ ਆਉਂਦਾ। ਅਤੇ ਬਾਬਾ ਜੀ ਕਹਿੰਦੇ, ਭਾਈ ਜਿਹੜੇ ਉਹਨਾਂ ਦੇ ਸ਼ੇਖ ਬਹਾਉਦੀਨ ਉਹਨਾਂ ਦੇ ਨਾਲ ਸ਼ਹਿਰ ਦੇ ਉੱਪਰ ਆਏ ਸੀ, ਕਹਿੰਦੇ ਲਿਆਓ ਜੀ ਕਰਾਮਾਤ ਕਰੋ, ਫਿਰ ਇਹਨੂੰ ਰੋਕੋ ਤੂਫਾਨ ਨੂੰ। ਉਹ ਹੱਸਣ ਲੱਗ ਪਏ, ਕਹਿੰਦੇ ਜੀ ਇੰਨੀ ਛੇਤੀ ਕਰਾਮਾਤ ਨਹੀਂ ਹੋ ਸਕਦੀ। ਅਤੇ ਚਲੋ ਚਾਲ ਚੱਲਦੇ ਗਏ ਅੱਗੇ। ਇਹ ਬਾਬਾ ਫਰੀਦ ਜੀ ਦੇ ਕੁਝ ਸੱਜਣ ਪਿਆਰੇ, ਕੁਝ ਸ਼ਰਧਾਲੂਆਂ ਦਾ ਘਰ ਸੀ। ਕਹਿੰਦੇ ਚਲੋ ਭਾਈ ਆਓ, ਆਪਾਂ ਮੁਲਾਕਾਤ ਕਰਦੇ ਹਾਂ, ਸਾਡੇ ਕੁਝ ਇੱਥੇ ਰਸੂਖ ਦੇ ਬੰਦੇ ਰਹਿੰਦੇ ਨੇ। ਅਤੇ ਬਾਬਾ ਫਰੀਦ ਜੀ ਉਹਨਾਂ ਨੂੰ ਨਾਲ ਲੈ ਕੇ ਗਏ ਅਤੇ ਉਹਨਾਂ ਨੇ ਬੜੀ ਚੰਗੀ ਆਓ ਭਗਤ ਕੀਤੀ, ਗਰਮ ਪਾਣੀ ਦਿੱਤਾ, ਇਸ਼ਨਾਨ ਕਰਵਾਇਆ ਅਤੇ ਰੋਟੀ ਖਵਾਈ। ਅਤੇ ਜਦੋਂ ਪੈਣ ਲੱਗੇ ਤਾਂ ਬਾਬਾ ਫਰੀਦ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਹਾਂਜੀ, ਹੁਣ ਤੁਸੀਂ ਇਹ ਗੱਲ ਦਾ ਉੱਤਰ ਦਿਓ ਸ਼ੇਖ ਬਹਾਉਦੀਨ ਜੀ ਕਿ ਮੁਲਾਕਾਤ ਵੱਡੀ ਜਾਂ ਕਰਾਮਾਤ? ਤਾਂ ਹੱਸ ਕੇ ਕਹਿਣ ਲੱਗੇ, ਜੀ ਮੁਲਾਕਾਤ ਵੱਡੀ ਹੁੰਦੀ ਆ, ਕਰਾਮਾਤ ਨਹੀਂ। ਸੋ ਜਿਹੜੇ ਬਾਬਾ ਫਰੀਦ ਜੀ ਨੇ ਬੇਟਾ, ਇਹਨਾਂ ਨੇ ਜੀਵਨ ਦੇ ਵਿੱਚ ਜੋ ਕੁਝ ਵੀ ਖੱਟਿਆ ਉਹ ਸਾਦਗੀ ਸੀ ਅਤੇ ਸਭ ਨੂੰ ਇੱਕ ਮਿਕਤਾ ਦਾ ਜਿਹੜਾ ਇਹਨਾਂ ਨੇ ਸੰਦੇਸ਼ ਦਿੱਤਾ। ਹੁਣ ਇਹ ਬਾਬਾ ਫਰੀਦ ਜੀ ਵੱਡੇ ਪਰਿਵਾਰ ਵਾਲੇ ਗ੍ਰਹਿਸਤੀ ਪੁਰਸ਼ ਸਨ। ਹੁਣ ਜਿਹੜੇ ਗ੍ਰਹਿਸਤੀ ਪੁਰਸ਼ ਸੀਗੇ, ਜਿਵੇਂ ਕਿ ਇਹਨਾਂ ਦੀਆਂ 3 ਸ਼ਾਦੀਆਂ ਸੀ, ਜਿਨ੍ਹਾਂ ਵਿੱਚੋਂ 5 ਲੜਕੇ ਅਤੇ 3 ਲੜਕੀਆਂ ਇਹਨਾਂ ਦੇ ਪੈਦਾ ਹੋਈਆਂ। ਆਪ ਦੇ ਪੁੱਤਰ ਖੇਤੀਬਾੜੀ ਕਰਕੇ ਗੁਜ਼ਾਰਾ ਕਰਦੇ ਸਨ ਅਤੇ ਇੱਕ ਸਰਕਾਰੀ ਨੌਕਰੀ ਵਿੱਚ ਲੱਗਿਆ ਹੋਇਆ ਸੀ। ਸੋ ਬੇਟਾ ਅਖੀਰ ਇਹ 15 ਅਕਤੂਬਰ 1265 ਈਸਵੀ ਨੂੰ ਪਾਕਪਟਨਮ ਵਿੱਚ ਆਪ ਜੀ ਸਰੀਰ ਦੀ ਜਿਹੜੀ ਆਜੂ ਸੀ, ਜਿਵੇਂ ਆਪਾਂ ਬੋਲਦੇ ਹਾਂ ਉਮਰ ਸੀ ਸਰੀਰ ਦੀ ਇਹਨਾਂ ਦੀ, ਉਹਨੂੰ ਭੋਗਦੇ ਹੋਏ ਇਹਨਾਂ ਦੇ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਵਿਲੀਨ ਹੋ ਜਾਂਦੇ ਨੇ। ਇਹਨਾਂ ਦੀ ਜਿਹੜੀ ਆ ਮ੍ਰਿਤੂ ਹੋ ਜਾਂਦੀ ਆ। ਸੋ ਇਹ ਬੇਟਾ ਪਾਠ ਨੂੰ ਜਿਹੜੀ ਤੁਹਾਡੇ ਨਾਲ ਉਪਰੋਕਤ
ਥੋੜੀ ਜਾਣਕਾਰੀ ਸਾਂਝੀ ਕੀਤੀ ਗਈ ਆ। ਇਸ ਪਾਠ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਨੇ ਆਪਣੀ ਪਾਠ ਪੁਸਤਕ ਵਿੱਚੋਂ ਪਾਠ ਨੰਬਰ 8 ਬਾਬਾ ਫਰੀਦ ਜੀ ਜ਼ਰੂਰ ਪੜ੍ਹਨਾ ਹੈ। ਆਓ ਇਸ ਚੈਪਟਰ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰ ਨੇ ਉਹਨਾਂ ਬਾਰੇ ਵਿਚਾਰ ਚਰਚਾ ਕਰਦੇ ਹਾਂ। ਪ੍ਰਸ਼ਨ ਨੰਬਰ ਊੜਾ, ਬਾਬਾ ਫਰੀਦ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਉਹਨਾਂ ਦੇ ਮਾਤਾ ਪਿਤਾ ਦਾ ਕੀ ਨਾਂ ਸੀ? ਉੱਤਰ ਹੈ ਬਾਬਾ ਫਰੀਦ ਜੀ ਦਾ ਜਨਮ 1173 ਈਸਵੀ ਵਿੱਚ ਮੁਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਮ ਸ਼ੇਖ ਜਮਾਲਦੀਨ ਅਤੇ ਮਾਤਾ ਦਾ ਨਾਮ ਕੁਰਸਮ ਸੀ। ਪ੍ਰਸ਼ਨ ਨੰਬਰ ਆੜਾ, ਬਾਬਾ ਫਰੀਦ ਜੀ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸਨ? ਉੱਤਰ ਹੈ ਬਾਬਾ ਫਰੀਦ ਜੀ ਬਹੁਤ ਹੀ ਸਰਲ, ਸਾਦਾ, ਸਬਰ, ਸੰਤੋਖ ਤੇ ਗਰੀਬੀ ਵਾਲਾ ਜੀਵਨ ਬਤੀਤ ਕਰਦੇ ਸਨ। ਕੱਚਾ ਕੋਠਾ, ਜਵਾਰ ਦੀ ਰੋਟੀ, ਉਬਲੇ ਹੋਏ ਛੋਲੇ ਤੇ ਸਧਾਰਨ ਕੰਬਲੀ ਹੀ ਉਹਨਾਂ ਦੀ ਦੌਲਤ ਸੀ। ਇਹ ਤੁਸੀਂ ਫੋਟੋ ਦੇਖ ਸਕਦੇ ਹੋ ਬਾਬਾ ਫਰੀਦ ਜੀ ਦੀ। ਅੱਗੇ ਅਸੀਂ ਪੜ੍ਹਦੇ ਹਾਂ ਪ੍ਰਸ਼ਨ ਨੰਬਰ ਈੜੀ, ਬਾਬਾ ਫਰੀਦ ਜੀ ਦਾ ਉਪਦੇਸ਼ ਸੀ। ਉਹਨਾਂ ਦੇ ਉਪਦੇਸ਼ ਦੀ ਪ੍ਰੋੜਤਾ ਕਰਦੀ ਘਟਨਾ ਆਪਣੇ ਸ਼ਬਦਾਂ ਵਿੱਚ ਲਿਖੋ। ਉਹ ਜੋ ਵੀ ਉਪਦੇਸ਼ ਦੇਣਾ ਚਾਹੁੰਦੇ ਸੀ ਜੀਵਨ ਦੇ ਵਿੱਚ, ਉਹਨਾਂ ਦੀ ਫਿਲਾਸਫੀ ਕੀ ਸੀ? ਕਹਿੰਦੇ ਕੋਈ ਐਸੀ ਘਟਨਾ ਦੱਸੋ। ਉੱਤਰ ਹੈ ਬਾਬਾ ਫਰੀਦ ਜੀ ਦਾ ਉਪਦੇਸ਼ ਸੀ ਕਿ ਸਭ ਨਾਲ ਪ੍ਰੇਮ ਪਿਆਰ ਕਰੋ ਤੇ ਸਭ ਦਾ ਭਲਾ ਮਨਾਓ। ਇੱਕ ਵਾਰ ਇੱਕ ਸੱਜਣ ਉਹਨਾਂ ਕੋਲ ਇੱਕ ਕੈਂਚੀ ਲੈ ਕੇ ਆਇਆ ਅਤੇ ਕਹਿਣ ਲੱਗਾ ਕਿ ਇਹ ਬਹੁਤ ਸੋਹਣਾ ਕੱਟਦੀ ਹੈ। ਉਹਨਾਂ ਨੇ ਉਸ ਸੱਜਣ ਨੂੰ ਕਿਹਾ ਕਿ ਭਾਈ, ਮੇਰਾ ਕੰਮ ਕੱਟਣਾ ਤੋੜਨਾ ਨਹੀਂ, ਤੂੰ ਮੈਨੂੰ ਇੱਕ ਸੂਈ ਲਿਆ ਕੇ ਦੇ ਤਾਂ ਕਿ ਮੈਂ ਸਭਨਾਂ ਨੂੰ ਪ੍ਰੀਤ ਪਿਆਰ ਦੇ ਧਾਗੇ ਵਿੱਚ ਪਰੋ ਸਕਾਂ। ਇਹ ਬੇਟਾ ਜਿਹੜੀ ਘਟਨਾ ਸੀਗੀ ਆਪਾਂ ਉੱਪਰ ਵੀ ਜ਼ਿਕਰ ਕੀਤਾ ਸੀ, ਇਹ ਘਟੀ ਕਿ ਉਹਨਾਂ ਨੇ ਕਿਹਾ ਕਿ ਨਹੀਂ ਭਾਈ, ਅਸੀਂ ਕੈਂਚੀ ਵਾਲੇ ਨਹੀਂ, ਅਸੀਂ ਤਾਂ ਸੂਈ ਤੇ ਧਾਗੇ ਵਾਲੇ ਹਾਂ, ਅਸੀਂ ਤਾਂ ਟੁੱਟੇ ਹੋਏ ਲੋਕਾਂ ਨੂੰ ਜੋੜਨ ਵਾਲੇ ਹਾਂ, ਪ੍ਰੇਮ ਪਿਆਰ ਦੀ ਗੱਲ ਕਰਨ ਵਾਲੇ ਹਾਂ, ਅਸੀਂ ਕੱਟਣ ਵਾਲੇ ਜਾਂ ਅਲੱਗ ਕਰਨ ਵਾਲੇ ਨਹੀਂ। ਅੱਗੇ ਹੈਗਾ ਪ੍ਰਸ਼ਨ ਨੰਬਰ ਸੱਸਾ, ਫਰੀਦਾ ਕੰਨ ਮੁਸਲਾ ਸੂਪ, ਗਲ ਦਿਲ ਕਾਤੀ ਗੁੜ ਬਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਉਪਰੋਕਤ ਸ਼ਲੋਕ ਦਾ ਭਾਵ ਸਪਸ਼ਟ ਕਰੋ। ਉੱਤਰ, ਉਪਰੋਕਤ ਸ਼ਲੋਕ ਦਾ ਭਾਵ ਹੈ ਕਿ ਇੱਕ ਫਕੀਰ ਦਾ ਜੀਵਨ ਪਖੰਡ ਭਰਿਆ ਨਹੀਂ ਹੋਣਾ ਚਾਹੀਦਾ, ਸਗੋਂ ਅੰਦਰੋਂ ਬਾਹਰੋਂ ਏਕ, ਨੇਕ ਤੇ ਸ਼ੁੱਧ ਹੋਣਾ ਚਾਹੀਦਾ। ਏਕ ਵੀ ਕਹਿ ਸਕਦੇ ਹਾਂ ਵੀ ਇੱਕੋ ਜਿਹੀ ਹੋਣਾ ਚਾਹੀਦਾ, ਜੇ ਅੰਦਰੋਂ ਸੱਚਾ ਤਾਂ ਬਾਹਰੋਂ ਵੀ ਸੱਚਾ। ਨੇਕ ਤੋਂ ਭਾਵ ਇਮਾਨਦਾਰ, ਨੇਕ ਅਤੇ ਸ਼ੁੱਧ ਹੋਣਾ ਚਾਹੀਦਾ ਹੈ। ਆਓ ਜੀ ਅਗਲੇ ਪ੍ਰਸ਼ਨ ਨੂੰ ਪੜ੍ਹਦੇ ਹਾਂ। ਪ੍ਰਸ਼ਨ ਨੰਬਰ ਹਾਹਾ, ਬਾਬਾ ਫਰੀਦ ਜੀ ਮੁਲਾਕਾਤ ਅਤੇ ਕਰਾਮਾਤ ਵਿੱਚੋਂ ਕਿਹੜੀ ਗੱਲ ਨੂੰ ਵੱਡਾ ਕਹਿੰਦੇ ਸਨ? ਇਹ ਗੱਲ ਉਹਨਾਂ ਨੇ ਕਿਵੇਂ ਸਿੱਧ ਕਰਕੇ ਵਿਖਾਈ? ਆਪਾਂ ਉਪਰੋਕਤ ਚਰਚਾ ਕਰੀ ਸੀ। ਆਓ ਪੜ੍ਹਦੇ ਹਾਂ ਪ੍ਰਸ਼ਨ ਦਾ ਉੱਤਰ। ਬਾਬਾ ਫਰੀਦ ਜੀ ਮੁਲਾਕਾਤ ਨੂੰ ਵੱਡੀ ਕਹਿੰਦੇ ਸਨ। ਇੱਕ ਵਾਰ ਆਪ ਸ਼ੇਖ ਬਹਾਉਦੀਨ ਜੀ ਨਾਲ ਇਸ ਵਿਸ਼ੇ ਉੱਤੇ ਚਰਚਾ ਕਰਦੇ ਹੋਏ ਜਾ ਰਹੇ ਸਨ, ਇਸੇ ਵਿਸ਼ੇ ਤੇ ਕਿ ਮੁਲਾਕਾਤ ਵੱਡੀ ਹੁੰਦੀ ਆ ਜਾਂ ਕਰਾਮਾਤ। ਅਚਾਨਕ ਮੀਂਹ ਹਨੇਰੀ ਤੇ ਤੂਫਾਨ ਆ ਗਿਆ। ਆਪ ਨੇ ਸ਼ੇਖ ਜੀ ਨੂੰ ਕਿਹਾ ਕਿ ਕੋਈ ਕਰਾਮਾਤ ਦਿਖਾਓ ਤੇ ਇਸ ਤੂਫਾਨ ਤੋਂ ਬਚਾਓ। ਹੁਣ ਜਿਹੜੇ ਸ਼ੇਖ ਬਹਾਉਦੀਨ ਸੀਗੇ ਉਹ ਇਸ ਪੱਖ 'ਚ ਆਪਣੇ ਵਿਚਾਰ ਰੱਖਦੇ ਸੀ ਕਿ ਕਰਾਮਾਤ ਵੱਡੀ ਹੁੰਦੀ ਆ। ਤੇ ਜਦੋਂ ਤੂਫਾਨ ਆਇਆ, ਸ਼ੇਖ ਫਰੀਦ ਜੀ ਨੇ ਕਿਹਾ ਕਿ ਜੀ ਕੋਈ ਕਰਾਮਾਤ ਕਰੋ, ਤੂਫਾਨ ਤੋਂ ਬਚਾਓ। ਉਹਨਾਂ ਨੇ ਕਿਹਾ ਕਿ ਇੰਨੀ ਛੇਤੀ ਕੋਈ ਕਰਾਮਾਤ ਨਹੀਂ ਹੋ ਸਕਦੀ। ਫਰੀਦ ਜੀ ਉਹਨਾਂ ਨੂੰ ਆਪਣੇ ਇੱਕ ਮੇਲੀ ਮੁਲਾਕਾਤੀ ਦੇ ਘਰ ਲੈ ਗਏ ਜਿਨ੍ਹਾਂ ਨੂੰ ਜਾਣਦੇ ਸਨ। ਉਸ ਸੱਜਣ ਨੇ ਫਕੀਰਾਂ ਦੀ ਬਹੁਤ ਸੇਵਾ ਕੀਤੀ ਅਤੇ ਤੂਫਾਨ ਤੋਂ ਵੀ ਬਚਾਅ ਹੋ ਗਿਆ। ਇਸ ਤਰ੍ਹਾਂ ਆਪ ਨੇ ਇਹ ਗੱਲ ਸੱਚੀ ਸਿੱਧ ਕਰਕੇ ਵਿਖਾਈ ਕਿ ਭਾਈ, ਕਰਾਮਾਤ ਨਾਲੋਂ ਮੁਲਾਕਾਤ ਵੱਡੀ ਹੁੰਦੀ ਹੈ। ਪ੍ਰਸ਼ਨ ਨੰਬਰ 3, ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਸੂਫੀ, ਬਾਬਾ ਫਰੀਦ ਜੀ ਸੂਫੀ ਮਤ ਨਾਲ ਸੰਬੰਧ ਰੱਖਦੇ ਸਨ। ਸੂਫੀ ਨੂੰ ਬੇਟਾ ਸ਼ੁੱਧ ਵੀ ਕਿਹਾ ਜਾਂਦਾ,
ਸੂਫੀ ਨੂੰ ਸਾਦਗੀ ਵਾਲੇ ਲੋਕ ਵੀ ਕਿਹਾ ਜਾਂਦਾ ਹੈ। ਸੂਫੀ ਨੂੰ ਜੋ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਮਸਤ ਮਲਾ ਹੋ ਕੇ ਜੀਵਨ ਜੀਣ ਵਾਲੇ ਲੋਕ ਨੇ ਉਹ ਵੀ ਕਿਹਾ ਜਾਂਦਾ ਹੈ। ਸੂਫੀ ਲੋਕ ਜਿਹੜੇ ਬੇਪਰਵਾਹ ਹੁੰਦੇ ਨੇ ਦੁਨੀਆ ਦੇ ਵਿੱਚ, ਉਹਨਾਂ ਦਾ ਕੋਈ ਲਾਲਚ ਨਹੀਂ ਹੁੰਦਾ, ਦੁਨੀਆ ਨਾਲ ਸੰਸਾਰ ਨਾਲ ਉਹਨਾਂ ਦਾ ਮੋਹ ਨਹੀਂ ਹੁੰਦਾ। ਸਬਰ ਸੰਤੋਖ, ਸਾਨੂੰ ਸਬਰ ਸੰਤੋਖ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ। ਨਿਵਾਸ, ਰੱਬ ਦਾ ਨਿਵਾਸ ਸਭ ਮਨੁੱਖਾਂ ਦੇ ਅੰਦਰ ਹੈ। ਮਤਲਬ ਨਿਵਾਸ ਹੁੰਦਾ ਰਹਿਣ ਦੀ ਥਾਂ, ਜਿੱਥੇ ਕੋਈ ਰਹਿੰਦਾ ਹੋਵੇ, ਵੀ ਜਿਹੜਾ ਰੱਬ ਆ ਸਾਰੇ ਮਨੁੱਖਾਂ ਦੇ ਅੰਦਰ ਵਸਦਾ ਹੈ। ਗੁਜ਼ਾਰਾ, ਅੱਜ ਕੱਲ੍ਹ ਮਹਿੰਗਾਈ ਦੇ ਦੌਰ ਵਿੱਚ ਗਰੀਬਾਂ ਦਾ ਗੁਜ਼ਾਰਾ ਬੜਾ ਔਖਾ ਹੁੰਦਾ ਹੈ। ਵਿਹਾਰ, ਸਾਨੂੰ ਸਭ ਨਾਲ ਚੰਗਾ ਵਿਹਾਰ ਕਰਨਾ ਚਾਹੀਦਾ ਹੈ। ਜਿਵੇਂ ਅਸੀਂ ਕੋਈ ਸਾਨੂੰ ਜੀ ਕਹਿੰਦਾ ਤੇ ਅਸੀਂ ਉਹਨੂੰ ਓਏ ਕਹੀਏ, ਇਹ ਮਾੜਾ ਵਿਵਹਾਰ ਹੈ। ਜੇ ਕੋਈ ਬੱਚਾ ਅਸੀਂ ਉਹਨੂੰ ਆਓ ਬੇਟਾ ਕਹਿ ਕੇ ਬੁਲਾਉਂਦੇ ਹਾਂ, ਇਹਦਾ ਮਤਲਬ ਚੰਗਾ ਵਿਵਹਾਰ ਹੈ। ਅੱਗੇ ਹੈ ਆਫਤ, ਹੜ੍ਹ ਇੱਕ ਕੁਦਰਤੀ ਆਫਤ ਹੈ। ਤਾਕੀਦ, ਅਧਿਆਪਕ ਜੀ ਨੇ ਸਾਨੂੰ ਸਮੇਂ ਸਿਰ ਕੰਮ ਪੂਰਾ ਕਰਨ ਦੀ ਤਾਕੀਦ ਕੀਤੀ। ਅੱਗੇ ਹੈ ਅਨੁਮਾਨ, ਅੱਜ ਮੀਂਹ ਪੈਣ ਦਾ ਅਨੁਮਾਨ ਹੈ। ਜ਼ਾਹਿਰ, ਸਾਨੂੰ ਆਪਣਾ ਗੁੱਸਾ ਜ਼ਾਹਰ ਨਹੀਂ ਕਰਨਾ ਚਾਹੀਦਾ। ਜਾਨਸ਼ੀਨ, ਬਾਬਾ ਫਰੀਦ ਜੀ ਨੇ ਸ਼ੇਖ ਨਿਮਾਜ਼ੁਦੀਨ ਨੂੰ ਆਪਣਾ ਜਾਨਸ਼ੀਨ ਥਾਪਿਆ। ਸੰਦੇਸ਼, ਗੁਰਬਾਣੀ ਸਾਨੂੰ ਚੰਗੇ ਕਰਮ ਕਰਨ ਦਾ ਸੰਦੇਸ਼ ਦਿੰਦੀ ਹੈ। ਅਹਿਸਾਨ, ਭਲਾ ਸਭ ਦਾ ਕਰੋ ਪਰ ਕਿਸੇ 'ਤੇ ਅਹਿਸਾਨ ਨਾ ਜਤਾਓ। ਇਹ ਸਨ ਬੇਟਾ ਵਾਕਾਂ ਵਿੱਚ ਵਰਤੋਂ ਵਾਲੇ ਵਾਕ। ਇਹਨਾਂ ਵਿੱਚ ਤੁਸੀਂ ਆਪਣੇ ਵਿਚਾਰ ਵੀ ਲਿਖ ਸਕਦੇ ਹੋ, ਵਾਕ ਸ਼ਬਦਾਂ ਵਿੱਚ ਵੀ ਬਣਾ ਸਕਦੇ ਹੋ। ਸੋ ਇਹ ਬੇਟਾ ਜਿਹੜੇ ਉਪਰੋਕਤ ਤੁਸੀਂ ਦੇਖ ਰਹੇ ਹੋ ਪ੍ਰਸ਼ਨ ਉੱਤਰ ਨੇ ਇਸ ਚੈਪਟਰ ਦੇ ਨਾਲ ਸੰਬੰਧਿਤ। ਅਤੇ ਇਸ ਚੈਪਟਰ ਦੀ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਇਸ ਚੈਪਟਰ ਨੂੰ ਆਪਣੀ ਪਾਠ ਪੁਸਤਕ ਵਿੱਚੋਂ ਜ਼ਰੂਰ ਪੜ੍ਹਨਾ ਹੈ, ਜਿਸ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਬਾਬਾ ਫਰੀਦ ਜੀ ਦੇ ਜੀਵਨ, ਉਹਨਾਂ ਦੇ ਉਪਦੇਸ਼, ਉਹਨਾਂ ਦੇ ਜੀਵਨ ਜੀਣ ਦੀ ਫਿਲਾਸਫੀ, ਉਹਨਾਂ ਦੇ ਗੁਰਬਾਣੀ ਪ੍ਰਤੀ ਜੋ ਉਹਨਾਂ ਦੀ ਸੋਚ ਸੀ, ਜਾਂ ਜੋ ਵੀ ਉਹਨਾਂ ਨੇ ਸ਼ਲੋਕ ਲਿਖੇ ਗੁਰਬਾਣੀ ਦੇ ਵਿੱਚ ਦਰਜ ਹਨ, ਉਹਨਾਂ ਦੇ ਪੂਰੇ ਮਤਲਬ ਜੋ ਜਿਸ ਚੀਜ਼ ਦਾ ਉਹ ਉਪਦੇਸ਼ ਦੇਣਾ ਚਾਹੁੰਦੇ ਸੀ ਉਹਦੇ ਬਾਰੇ ਜਾਣਕਾਰੀ ਹਾਸਲ ਹੋਵੇਗੀ। ਸੋ ਇਸ ਪਾਠ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰਾਂ ਦੀ ਵੀਡੀਓ ਆਪਾਂ ਉਹਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ।